वालेकुम जी, क्या हाल है? ठीक है जी। पहले तो बड़ा अफसोस भी, तकलीफ भी और शर्मिंदगी भी। जी क्या मामला हुआ है? बेटे ने भेज सवेरे उठाया है ते काम ते भेजिया है। पहली सवारी चुकी है, मुंडा स्टूडेंट ज बैंक पाया सी गल च, ਉਹ ਆ ਰਿਹਾ ਹੈ ਤੇ ਉਹਨੇ ਛਲਾਂਗ ਮਾਰ ਦੀ ਇੱਥੇ ਆ ਕੇ, ਪਿੱਛੇ ਪੁਲਿਸ ਆ ਗਈ ਹੈ। ਉਹਨਾਂ ਨੇ ਉਹ ਜਿਹੜਾ ਅਸਲ ਪੁਲਿਸ ਨੂੰ ਵੇਖ ਕੇ ਨਸਿਆ ਮੁੰਡਾ ਦੂਜਾ? ਹਾਂਜੀ, ਉਹਨਾਂ ਨੇ ਸਵਾਰੀ ਜਿਹੜਾ ਸਵਾਰੀ ਸੀ ਉਹਨੇ ਇੰਜ ਕਰ ਦਿੱਤਾ ਪੁਲਿਸ ਨੂੰ ਵੇਖ ਤੇ ਪੁਲਿਸ ਨੇ ਜਿਹੜਾ ਨਾ ਉਹਨੂੰ ਛੱਡਿਆ ਤੇ ਰਕਸ਼ੇ 'ਚ ਵੇਖਣ ਲੱਗੇ ਨੇ, ਉਹ ਮੁੰਡਾ ਭੱਜ ਕੇ ਕਬਰਸਤਾਨ ਵੜ ਗਿਆ। ਉਸ ਤੋਂ ਬਾਅਦ ਉਹਨਾਂ ਨੇ ਮੇਰੇ ਪੁੱਤਰ ਨੂੰ ਫੜ ਕੇ ਥਾਣੇ ਲੈ ਗਏ। ਮੈਂ ਉੱਥੇ ਗਈ ਸੱਚ ਘਰ ਹੁੰਦਿਆਂ, ਮੇਰਾ ਬੱਚਾ ਯਤੀਮ ਹੈ, ਮੈਂ ਬੁੱਢੀ ਮਾਂ, ਮੇਰੇ ਬੱਚੇ ਨੂੰ ਨਾ ਕੁਛ ਕਰੀ, ਗਰੀਬ ਬੱਚਾ ਹੱਕਲਾ ਦੀ ਰੋਜ਼ੀ ਕਮਾ ਕੇ ਖਵਾਉਂਦਾ, ਸਾਨੂੰ ਕੋਈ ਉਹਦੇ 'ਚ ਵੈਲ ਨਹੀਂ। ਕਹਿੰਦਾ ਮੈਨੂੰ 15 ਸਟਾਮ ਦਿਓ ਤੇ ਮੈਂ ਤੁਹਾਡਾ ਬੱਚਾ ਛੱਡ ਦੇਣਾ ਤੇ ਮੈਂ ਕੋਈ ਬੱਚਿਆਂ ਦੀ ਮੈਂ ਜ਼ਿੰਦਗੀ ਨਹੀਂ ਖਰਾਬ ਕਰਨੀ, ਛੋਟਾ ਜਿਹਾ ਬੱਚਾ ਹੈ। ਐਸਐਚਓ ਨੂੰ ਪਤਾ ਸੀ ਕਿ ਇਹ ਬੰਦਾ ਬੇਗੁਨਾਹ ਹੈ? ਬੇਗੁਨਾਹ ਹੈ ਜੀ। ਉਹਨੇ ਕਿਹਾ ਜੀ ਮੈਂ 15 ਸਟਾਮ, ਅਸੀਂ 15 ਸਟਾਮ ਕੀਤੇ ਨੇ, ਜ਼ਮਾਨਤਾਂ ਦੇ ਕੇ ਜੀ ਬੰਦਾ ਸਾਫ਼ ਹੈ। ਅੱਛਾ ਜੀ, ਜ਼ਮਾਨਤਾਂ ਲਈ 15 ਸਟਾਮ ਕੀਤੇ ਨੇ। ਉਹਨੇ ਕਿਹਾ ਜੀ ਆ ਕੇ ਲੈ ਜੀ, ਅੱਜ ਤੁਸੀਂ ਸ਼ਾਮ ਨੂੰ 12 ਵਜੇ ਆ ਜੇ, 12 ਤੇ 12 ਵਜੇ 1 ਮਿੰਟ ਤੇ 12 1 ਵਜੇ ਤੋਂ ਬਾਅਦ ਅਸੀਂ ਗਏ ਤਾਂ ਉਹਨੇ ਪਰਚਾ ਕੱਟ ਰਾਤ 12 1 ਵਜੇ ਤੋਂ ਬਾਅਦ? ਹਾਂਜੀ, ਯਾਨੀ ਐਕਚੁਅਲੀ ਉਹਨੇ ਟਾਈਮ ਲਿਆ ਤੁਹਾਡਾ? ਹਾਂਜੀ, ਉਹਨੇ ਕਿਹਾ 12 ਵੱਜ ਕੇ 1 ਮਿੰਟਾਂ ਤੇ ਤੁਸੀਂ ਆ ਕੇ ਇਹਨੂੰ ਲੈ ਜੇ। ਅੱਜ ਅਸੀਂ ਭੱਜਦੇ ਰਹੇ, ਰਾਤ ਹੋ ਗਈ, ਅਸੀਂ ਗਏ ਤਾਂ ਉਹਨੇ ਕਿਹਾ ਜੀ ਪਰਚਾ ਕੱਟਿਆ ਗਿਆ। ਪਰਚਾ ਕੱਟਿਆ ਗਿਆ ਹੁਣ? ਅੱਛਾ, ਪਰਚਾ ਪੜਿਆ ਜੇ? ਪਰਚੇ 'ਚ ਕੀ ਲਿਖਿਆ? ਪਰਚੇ 'ਚ ਮੈਂ ਤੇ ਨਹੀਂ ਪੜ੍ਹੀ। ਮੈਂ ਦੱਸ ਦੇਣਾ। ਹਾਂਜੀ, ਤੁਹਾਡਾ ਮੌਕਫ ਹੈ ਕਿ ਤੁਹਾਡਾ ਮੁੰਡਾ ਜਿਹੜਾ ਹੈ ਉਹਨੇ ਸਵਾਰੀ ਚੁੱਕੀ ਜੀ, ਸਵਾਰੀ ਕੋਲ ਚਰਚ ਸੀ 10 ਕਿਲੋ, ਹਾਂਜੀ ਜੀ, ਔਰ ਰਕਸ਼ੇ 'ਚ ਬਹਿ ਗਈ। ਜ਼ਾਹਿਰ ਇੱਕ ਬੰਦਾ ਜਿਹੜਾ ਰਿਕਸ਼ਾ ਚਲਾਉਂਦਾ ਹੈ, ਬੱਸ ਟਰੱਕ ਚਲਾਉਂਦਾ, ਉਹ ਜਾ ਕੇ ਸਮਾਨ ਦੀ ਤਲਾਸ਼ੀ ਤੇ ਨਹੀਂ ਲੈਂਦਾ, ਉਹਨੂੰ ਕੋਈ ਪਤਾ ਨਹੀਂ। ਅੱਛਾ ਸੁਣੋ, ਤੁਹਾਡਾ ਮੁੰਡਾ ਸਵਾਰੀ ਲੈ ਕੇ ਜਾ ਰਿਹਾ ਸੀ, ਅੱਗੋਂ ਪੁਲਿਸ ਨਾਕਾ ਆਇਆ, ਪੁਲਿਸ ਨੂੰ ਵੇਖ ਕੇ ਮੁਲਜ਼ਮ ਨਸ ਗਿਆ, ਹਾਂਜੀ, ਮੁੰਡੇ ਨੇ ਕਿਹਾ ਸਮਾਨ ਉੱਥੇ ਪਿਆ ਰਹਿ ਗਿਆ ਤੇ ਤੁਹਾਡਾ ਮੁੰਡਾ ਫਸ ਗਿਆ। ਹਾਂਜੀ, ਮੇਰਾ ਮੁੰਡਾ ਨਹੀਂ ਨਸਿਆ। ਅੱਛਾ, ਇਹ ਤੁਹਾਡਾ ਮੌਕਫ ਹੈ। ਪੁਲਿਸ ਹੋਰ ਕਹਾਣੀ ਕਹਿੰਦੀ ਹੈ। ਬਸ ਮੈਂ ਪੁਲਿਸ ਪਤਾ ਕੀ ਕਹਿੰਦੀ ਹੈ ਜੀ? ਪੁਲਿਸ ਕਹਿੰਦੀ ਹੈ ਕਿ ਜੀ ਦੋਵੇਂ ਰਕਸ਼ੇ ਤੇ ਮਨਸ਼ੀਆਤ ਲੈ ਕੇ ਆ ਰਹੇ ਸਨ, ਸਾਨੂੰ ਵੇਖ ਕੇ ਅਸੀਂ ਇਹਨਾਂ ਦਾ ਪਿੱਛਾ ਕੀਤਾ, ਸਾਡੇ ਕੋਲ ਮੁਖਬਰੀ ਸੀ, ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਮੁੰਡੇ ਨੇ ਰਕਸ਼ਾ ਨਸਾ ਲਿਆ, ਉਹ ਨਹੀਂ ਰੁਕਿਆ। ਜਦੋਂ ਉਹਨੇ ਰਕਸ਼ਾ ਨਸਾ ਲਿਆ, ਅੱਗੇ ਜਾ ਕੇ ਉਹਦਾ ਸਾਥੀ ਨਸ ਗਿਆ ਤੇ ਰਕਸ਼ੇ ਤੇ ਡਰੱਗਸ ਦੇ ਨਾਲ ਤੁਹਾਡਾ ਮੁੰਡਾ ਫਸ ਗਿਆ। ਨਹੀਂ ਜੀ ਨਹੀਂ, ਮੇਰਾ ਮੁੰਡਾ, ਮੈਂ ਗਈ ਹਾਂ ਆਪਣੇ ਮੁੰਡੇ ਕੋਲ, ਗਈ ਹਾਂ ਮੁਲਾਕਾਤ ਵੀ ਕਰਨ ਗਈ ਹਾਂ ਤਾਂ ਉਹਨੇ ਕਿਹਾ ਅੰਮੀ ਮੈਨੂੰ ਮਾਰ ਰਹੇ ਨੇ। ਅੱਛਾ, ਮੈਨੂੰ ਮਾਰ ਰਹੇ ਨੇ। ਮੈਂ ਰੋਣ ਲੱਗ ਪਈ ਹਾਂ। ਇੱਕ ਸਿਪਾਹੀ ਆਇਆ, ਉਹਨੇ ਮੈਨੂੰ ਕਿਹਾ ਨਿਕਲ ਬਾਹਰ ਨਿਕਲ। ਤੁਹਾਨੂੰ ਕਹਿੰਦਾ? ਹਾਂ, ਮੈਨੂੰ ਕਹਿੰਦਾ। ਮੈਂ ਕਿਹਾ ਮੈਂ ਆਪਣੇ ਪੁੱਤਰ ਕੋਲ ਬੈਠੀ ਹਾਂ ਕਿ ਮੇਰਾ ਪੁੱਤਰ ਰਾਤ ਦਾ ਆਇਆ, ਮੈਨੂੰ 2 ਮਿੰਟ ਬੈਠ ਲੈਣ ਦਿਓ। ਉਹਨੇ ਕਿਹਾ ਨਹੀਂ ਨਿਕਲ ਬਾਹਰ ਨਿਕਲ। ਮੈਂ ਕਿਹਾ ਮੈਨੂੰ 2 ਮਿੰਟ ਬੈਠ ਲੈਣ ਦਿਓ, ਮੇਰਾ ਬੇਟਾ ਹੈ, ਮੇਰਾ ਦਿਲ ਨਹੀਂ ਬਸ ਰਹਿੰਦਾ, ਮੇਰਾ ਛੋਟਾ ਬੇਟਾ ਹੈ, ਮੈਨੂੰ 2 ਮਿੰਟ ਬੈਠ ਲੈਣ ਦਿਓ। ਫਿਰ ਬਸ ਬੈਠੀ ਹਾਂ। ਫਿਰ ਮੈਂ ਗਈ ਹਾਂ ਜੱਜ ਕੋ। ਮੈਂ ਕਿਹਾ ਜੱਜ ਸਾਹਿਬ ਤੁਸੀਂ ਮੇਰਾ ਕੀ ਐਸਐਸ ਹੁੰਦਾ ਜੇ? ਕੀ ਮੈਂ ਐਸਐਚਓ? ਉਸ ਟਾਈਮ ਐਸਐਚਓ ਜੱਜ ਲੱਗ ਰਿਹਾ ਹੁੰਦਾ ਹੈ, ਗਰੀਬ ਬੰਦਾ ਫਸੇ ਦਾ ਹਾਲ ਕੋਈ ਨਹੀਂ ਹੁੰਦਾ। ਹਾਂਜੀ, ਮੈਨੂੰ ਨਹੀਂ ਪਤਾ ਕਿਉਂਕਿ ਮੈਂ ਤਾਂ ਪਹਿਲੀ ਵਾਰ ਜ਼ਿੰਦਗੀ 'ਚ ਥਾਣਾ ਵੇਖਿਆ ਸੀ। ਮੈਂ ਉਹਦੇ ਕੋਲ ਗਈ ਹਾਂ, ਮੈਂ ਕਿਹਾ ਭਾਈ ਬੇਟਾ ਮੇਰਾ ਬੱਚਾ ਯਤੀਮ ਹੈ, ਮੇਰਾ ਸਾਈਂ ਮਰਿਆ। ਪੁਲਿਸ ਮੰਨਦੀ ਹੈ ਕਿ ਤੁਹਾਡਾ ਮੁੰਡਾ ਬੇਗੁਨਾਹ ਹੈ? ਉਸ ਟਾਈਮ ਉਹਨੇ ਮੈਨੂੰ ਆਪ ਕਿਹਾ, ਉਹਨੇ ਕਿਹਾ ਫਿਰ ਸਾਨੂੰ ਇਹ ਕਹਿੰਦਾ ਕਿ ਮੁਸਲਮ ਮੈਂ ਫੜ ਲਿਆ, ਸਾਨੂੰ ਹੌਸਲੇ ਦਿੰਦਾ ਰਿਹਾ। ਮੈਂ ਅਸਲ ਮੁਸਲਮ ਫੜ ਲਿਆ, उसी हौसला करो, ਤੁਹਾਡਾ ਬੱਚਾ बेगुनाह है। जी अस्सलाम वालेकुम, क्या लगती हैं आप? मैं उसकी खाला हूँ। अच्छा, मुझे एक बात बताएं, एक रिकॉर्डिंग भी आई है एसएचओ की जिसमें एसएचओ ये कह रहा है कि आपका लड़का बेगुनाह है और वो जमानत हो जाएगी, कोई मसला नहीं है। हमें भी ऐसे ही हौसला देता है। उस तो बाद पर्चे इससे उन्हें दसता है, उन्हें कह रही कि इसने रात को 12 बजे उसने पर्चा काटा है। उससे पहले हमें कहता रहा कि आप 15 जमानतें ले आओ और हम बच्चा छोड़ देंगे, बच्चे का कोई गुनाह, हम बच्चे की जिंदगी नहीं। बच्चे की उम्र कितनी है? बच्चे की उम्र होगी कोई 22 साल होगी, 22-23 साल। हाँ, 22-23 साल से बड़ा नहीं। बदकिस्मती है जी, ये तमाम सिचुएशन है, फैमिली से आपको मिलवा रहे हैं, आपके सामने रख रहे हैं इस तमाम मामले को। लेकिन मैं सिर्फ इतना कहना चाहूंगा कि अगर इस फैमिली की बात दुरुस्त है तो यकीन माने चुल्लू भर पानी लेकर उसमें डूब मरने की जरूरत है जिम्मेदारान को। आज इस तख्ते लाहौर का हर राजा, निक्का राजा, बड़ा राजा, हर किस्म का सियासतदान है, ब्यूरोक्रेट है, आपका पुलिस मुलाजिम है, बड़ा पुलिस मुलाजिम है, छोटा पुलिस मुलाजिम है, एक लम्हे के लिए ये सोचे कि क्या आप अल्लाह से लिखवा के आए हैं, क्या आपने और आपकी नस्लों ने हमेशा इन्हीं जिम्मेदारियों पर रहना है? आपके बच्चों ने कल इन्हीं गलियों में मुलाजमतें करनी है, नौकरियां करनी है। ये बात याद रखिएगा। मुमकिन है कि आपका अपना बच्चा, आपका बेटा, आपका पोता, मैं दुआ नहीं दे रहा ना बद्दुआ दे रहा हूं, मैं सिर्फ आपको एहसास दिलवाने की कोशिश कर रहा हूं कि अगर खुदा ना खास्ता कोई हराम खोर पुलिस मुलाजिम, हराम खोर सरकारी मुलाजिम उसकी जड़ों में बैठ जाता है इस जुल्म के बदले में, तो कहां जाकर मुंह दोगे, कहां जाकर रोवोगे?
اس سے پہلے کہ یہ عذاب اور بڑھے میں چاہوں گا کہ باقی فیملی سے بھی بات کروں. خواتین میرے لیے بہت امپورٹنٹ ہے کیونکہ مرد جو اپنے عذاب دیکھ رہے ہیں وہ تو دیکھیں گے, ان کی زندگیاں برباد ہو گئی ہیں. سمجھتے ہیں کوئی شے نہیں کھا پینا, 2 دن ہو گیا, نہ روٹی نہ پانی, کوئی چیز نہیں ساڈی لنگ, نہ میری بیوی کھا رہی, نہ میں کھا رہی, نہ میرے بچے کھا رہے نے. اسی بے ناک کے سی انصاف منگنے, سانو انصاف ملے. عزت نال نہیں کھیڑ جاندے ہیں لوگ کہ ہن محلہ عزیز و اقارب ہر کوئی یہ سمجھ رہا ہے کہ ارے منشیات ویچ ساڈا سارا محلہ گواہی دے. میرے 4 بچے میں ڈیڈے تے لے کے آئی 20 سال ہو گئے میں اتنے رہندی پئی, کوئی رولا نہیں میرے بچیاں چ, نک پڑیا گیا. جو اصل مظلم انہوں چھڑ دیتا, میرے پتر نو پھڑ لیا. سامنے بھاگ رہا ہے اور یہ ملزم جو ہے ان کے سامنے بھاگا ہے, ان کو نہیں انہوں نے پکڑا, انہوں نے بچے کو پکڑ لیا ہے, ڈرائیور کو پکڑ لیا, جو مجرم ہے وہ بھاگ رہا ہے. ایک گل دساں, ان کے پیچھے نہیں جا سکتے, نہیں نہ جانا ہی نہیں, لتاں ٹوٹیاں ہوئی ہیں, برا نہ منا, بتاتا ہوں, سن لیں. ہوتا پتہ ہے کہ ملازمین نے اپنی کارکردگی دکھانی ہوتی ہے. جی جب کارکردگی نیچے جانے لگتی ہے تو ہم ماشاءاللہ اتنے اچھے تو ہیں نہیں کہ ہم کام کریں اور اصل ملزم پکڑ سکیں. تو پھر کیا جاتا ہے کہ کسی بے گناہ کو پکڑ کے بلی کا بکرا بنایا جاتا ہے. صرف مال کی قربانی ہے نا, حرام خوری کا مال, جہاں ٹنوں کے حساب سے لوریے پھونک گئے, وہاں پر اگر 10 کلو پکڑوا کر ایک بے گناہ بندے کو سامنے لا کر ڈرگ ڈیلر ثابت کیا جا سکتا ہے تو کیا مسئلہ ہے؟ پوچھا جائے جو مخبری کر رہا ہے بندہ, اس کو کیوں نہیں یہ ٹریس کر رہے, اس کو کیوں نہیں پکڑ رہے؟ نہیں, مخبری تو ان کا اپنا بندہ کر رہا ہے, ان کا اپنا بندہ کر رہا ہے, تو پھر ان کو پکڑے, وہ مجرم پکڑے جو ان کے سامنے بھاگ رہا ہے. ان کی لاتیں نہیں کام کر رہی تھی جو اس کے پیچھے بھاگے. وچ پیا ہے رکشے دے وچ, رکشے سواری بانی ہے, دیوں کی پتہ کی ہے, سواری کی تلاشی نہیں لی جا سکتی. یہ بالکل ویسے ہی ہے جی ناظرین کہ میرے خلاف ایک دفعہ کیمپین سٹارٹ کی تھی جس میں وہ ایک بھونڈی سی کیمپین تھی. اب میں آنیسٹلی یہ کہوں گا کہ اگر آپ ایک پبلک ٹرانسپورٹ پر سفر کر رہے ہیں, آپ کے ساتھ کون بیٹھے, آپ ایک بس میں جا رہے ہیں, آپ کے پاس اس کے آپ ذمہ دار نہیں ہیں. پوری دنیا میں سسٹم چلتا ہے, ایک ڈرائیور نے سواری بٹھائی ہے, کیا وہ پہلے اس کی تلاشی کا پوسٹ مارٹم کرے گا تلاشی لے کر؟ نہیں ہو سکتا. تو آپ نے تو پکڑنا تھا ملزم, وہ آپ کی ناک کے نیچے سے گیا نکل. اب آپ سوشل میڈیا پر کیمپین چلا رہے ہیں کہ جناب پڑھ لیا پڑھ لیا پڑھ لیا. یار شرم آنی چاہیے, کہ خدا سے ڈرو. السلام علیکم, کیا حال ہے؟ آپ اہلیہ ہیں عمر کی؟ جی بالکل. کتنے عرصے سے آپ عمر کو, آپ عزیزہ تھیں یا شادی ہوئی ڈائریکٹلی؟ کتنا عرصہ ہو گیا شادی ہوئی؟ میری شادی کو تقریباً 1 ایئر ہو گیا. آپ اس کی فیملی سے ہی تھیں کہ باہر شادی ہوئی تھی؟ نہیں, فیملی سے ہی تھی. کتنے عرصے سے اس فیملی کو جانتی ہیں؟ اس فیملی کو چھوٹے بچپن میں انہوں نے, یعنی کہ جو میرے دیور جیٹھ ہیں بڑے ہیں, وہ انہوں نے ہاتھوں میں کھلایا ہے. یعنی کہ یہ جو میرے سسر ہیں, میری امی کے ماموں ہیں, سگے ماموں ہیں, ہماری کافی زیادہ کلوزنگ ہے, ہم شروع سے جانتے ہیں ان کو. کوئی ایسا داغ, کوئی معاملہ, کوئی ہمارے خاندان میں کسی میں بھی ایسا کوئی داغ نہیں ہے. ہم نے آج تک کئی تھانوں کی شکل نہیں دیکھی, کیونکہ ہمارا کوئی ایسا تعلق ہی نہیں ہے, ایسا کوئی چکر ہی نہیں ہے, نہ ایسے کوئی FIR, نہ ایسا کوئی جو پرچہ, کوئی ایسی چیز نہیں. یعنی تھانے شانے سے لینا دینا ہی نہیں ہے. ہمیں تھانے کے تو چکر یہ لوگ لگوا رہے ہیں. اللہ آپ کے لیے آسانی کرے. بہن اب مجھے بتائیں کہ آپ کو اس معاملے کا پتہ کب چلا, کیا ہوا, کیسے آپ تک اطلاع آئی؟ ہمارے تک اطلاع آئی کہ صبح 8 بجے جب وہ کام پہ گئے ہیں, انہوں نے سواری بٹھائی ہے بتی چوک سے, وہ آ رہے ہیں. آپ خود یہ حساب لگائیں, جب بتی چوک سے سواری بٹھائی ہے تو وہ پھاٹک کی طرف سے ہی آئیں گے, ایک موڑیا پل کی طرف سے تو نہیں آئیں گے, اس رول گھاٹی کی طرف سے رش ہے سارا, وہ رش. تو انہوں نے اس پرچے پہ انہوں نے یہ لکھا ہے, میں نے خود پڑھا کہ وہ اس سائڈ سے آ رہا ہے, کیونکہ ناکا اس سائڈ پہ لگا ہے, کیونکہ انہوں نے اپنے آپ کو تو بیچ میں سے نکالنا ہے نا. حالانکہ اس سائڈ سے وہ نہیں آئے, اس سائڈ سے وہ نہیں آئے, وہ اس سائڈ سے آئے ہیں. یہاں ہمارے پیچھے جو یعنی کہ مین آ جاتا ہے نا, یہ بند روڈ آتا ہے, وہاں سے وہ نیچے اترے ہیں. انہوں نے جو سواری اس نے عامر روڈ کہیں جانا تھا, وہ نیچے اترے, ان کا یہ گھر ہے. انہوں نے سوچا میں سواری بٹھاتا ہوں, میں عامر روڈ اتار کے تو گھر آ جاؤں گا. انہوں نے تو اپنے لیے آسانی پیدا کی. جبکہ جب ڈرائیور ہے وہ سواری بٹھا رہا ہے تو اس نے سواری کا بیگ تو نہیں چیک کرنا, اس کا یہ حق تو نہیں ہے, یہ آرڈر تو نہیں ہے, وہ کر ہی نہیں سکتے. اگر وہ کریں گے, وہ کہیں گے بھائی ہمیں تلاشی دو, تو سواری بیٹھتی ہے, انہیں تو روزی کمانی ہے, رزق کمانے نکلتے ہیں وہ. یہ اگر ہم یہ کام کرتے ہیں, ہم لفظ ہے, تو ہم کرائے پہ کیوں رہیں, ہم اتنا رولیں کیوں؟ ہم اچھا گھر نہیں لے سکتے, ہم اچھا کھا نہیں سکتے, ہم اچھا پہن نہیں سکتے؟ اگر ہم نے یہی کام کرنا تو ہم رکشہ کیوں چلا رہے ہیں, ہم لوگوں کی نوکریاں کیوں کر رہے ہیں؟ یہ سمجھ نہیں آ رہا ان کو. ان جو مسلم ہے وہ انہوں نے نکال دیا, میرے شوہر کو پھنسا دیا اس نے. آپ کو پتہ ہے کہ یہ جو IG پنجاب آج کل ہے یا CCPO لاہور ہیں, آپ ان کی بیٹی ہیں, آپ کو پتہ ہے اس بات کا؟ ان کے لیے کوئی پیغام دینا چاہے, شاید ان کو
कुछ समझ आ मैं जाए कि इतना उनकी पुलिस कर कहूंगी क्या रही है। कि जैसे मैं बेटी हूँ, मेरा शोहर है, मेरे सर का साईं है, वो मेरा खामंद है, ठीक है। सबके घरों में बेटियां, उन्होंने भी अपनी बेटियां बिहानी हैं, उनके भी शोहर होंगे। अल्लाह ना करे किसी भी बेटी पे ऐसी आजमाइश आए, अल्लाह ना करे किसी का शोहर ऐसे बेगुनाह हो के भी गुनहगार बने। अल्लाह ना करे किसी के घर किसी की माँ का बेटा ऐसे जुदा हो, किसी बहन का भाई जुदा हो। लेकिन खुदा के लिए मेरी अपील है वज़ीर आला पंजाब से, IG पंजाब से, मुझे इनका ज़्यादा तो पता नहीं है, मेरी उम्र इतनी नहीं है, क्योंकि हमने कभी इनका खबरों में सुना है, न्यूज़ में सुना है। इनका खुद का रोना ख़त्म नहीं होता, इन्होंने हमारा क्या करना है। कभी वो इमरान खान बैठ रहा है, कभी शहबाज शरीफ बैठ रहा है, कभी क्या हो रहा है, कभी क्या हो रहा है, ठीक है। मैं यही अपील करती हूँ, खुदा के लिए मुझे इंसाफ दिया जाए, मेरा शोहर बेगुनाह, उनको बाहर निकाला जाए, मेरा पर्चा खारिज किया जाए, उसको मुझे इंसाफ दिया जाए।